ਖਾਲਸਾ ਰਾਜ ਦੀ ਨੀਂਹ ਰੱਖਣ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਹੈ ਅਤੇ ਉਹਨਾਂ ਦੇ ਜੀਵਨ ਦੇ ਇਤਿਹਾਸ ਦੇ ਝਾਤ ਮਾਰੀਏ ਤਾਂ ਗੁਰਦਾਸਪੁਰ ਦਾ ਗੁਰਦੁਆਰਾ ਗੜੀ ਬਾਬਾ ਬੰਦਾ ਬਹਾਦਰ ਗੁਰਦਾਸ ਨੰਗਲ ਬਹੁਤ ਅਹਿਮ ਸਥਾਨ ਰੱਖਦਾ ਹੈ। ਇਸ ਜਗ੍ਹਾ ਤੋਂ ਮੁਗਲਾਂ ਨੇ ਕਰੀਬ 8 ਮਹੀਨੇ ਘੇਰਾ ਪਾਈ ਰੱਖਿਆ ਅਤੇ ਫਿਰ ਇਸੇ ਜਗ੍ਹਾ ਤੋਂ ਧੋਖੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਉਪਰੰਤ ਦਿੱਲੀ ਦੇ ਮਹਿਰੌਲੀ ਵਿਖੇ ਸਾਥੀਆਂ ਸਮੇਤ ਸ਼ਹੀਦ ਕੀਤਾ। ਆਖਿਆ ਜਾਂਦਾ ਹੈ ਕਿ ਉਹ ਕੌਮਾਂ ਕਦੇ ਵੀ ਅੱਗੇ ਨਹੀਂ ਵੱਧ ਸਕਦੀਆਂ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਅਤੇ ਅੱਜ ਦੇ ਇਸ ਸਥਾਨ ਤੇ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਵੱਡੀ ਤਾਦਾਦ 'ਚ ਲੋਕ ਨਤਮਸਤਕ ਹੁੰਦੇ ਹਨ। ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਚਾਰਕ ਹਰਮੀਤ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਿਸ ਤਰ੍ਹਾਂ ਮੁਗਲਾਂ ਤੇ ਜ਼ੁਲਮ ਦੇ ਵਿਰੁੱਧ ਲੜਾਈ ਲੜੀ ਅਤੇ ਉਹਨਾਂ ਦੇ ਦੰਦ ਖੱਟੇ ਕੀਤੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਉਪਰੰਤ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ 7.5 ਸਾਲ ਤੱਕ ਰਾਜ ਕੀਤਾ, ਪਰ ਇਸ ਦੇ ਬਾਵਜੂਦ ਆਪਣੇ ਨਾਮ ਦਾ ਸਿੱਕਾ ਨਹੀਂ ਚਲਾਇਆ, ਸਗੋਂ ਗੁਰੂ ਸਾਹਿਬਾਨ ਨੇ ਸਿੱਕੇ ਚਲਾਏ। ਉਹਨਾਂ ਆਖਿਆ ਕਿ ਸਿੱਖ ਕੌਮ ਦੇ ਇਹਨਾਂ ਸ਼ਹੀਦਾਂ ਸਦਕਾ ਹੀ ਅੱਜ ਪੂਰੇ ਵਿਸ਼ਵ ਵਿੱਚ ਸਿੱਖ ਕੌਮ ਨੇ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਭਾਈ ਹਰਮੀਤ ਸਿੰਘ, ਕਥਾਵਾਚਕ ਗੜੀ ਗੁਰਦਾਸ ਨੰਗਲ। ਇਹ ਪਾਵਨ ਅਸਥਾਨ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਸਿੱਖ ਕੌਮ ਦੇ ਪਹਿਲੇ ਬਾਦਸ਼ਾਹ, ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਔਰ ਉਹਨਾਂ ਦੇ ਨਾਲ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਪੂਰੇ ਭਾਰਤ ਵਰਸ਼ ਵਿੱਚੋਂ, ਖਾਸ ਕਰ ਪੰਜਾਬ ਦੀ ਧਰਤੀ ਤੋਂ ਜੋ ਜ਼ੁਲਮੀ ਰਾਜ ਦਾ ਖਾਤਮਾ ਕਰਨ ਦਾ ਜਿਨ੍ਹਾਂ ਨੇ ਤਹੱਈਆ ਕੀਤਾ ਗੁਰੂ ਮਹਾਰਾਜ ਦੇ ਹੁਕਮ ਨਾਲ, ਔਰ ਜਿਨ੍ਹਾਂ ਨੇ ਆਪਣੇ ਜੀਵਨ ਦਾ ਹਰ ਦਿਨ, ਹਰ ਪਲ ਜਿਹੜਾ, ਹਰ ਲਹੂ ਦਾ ਕਤਰਾ ਜਿਹੜਾ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਜ਼ੁਲਮ ਰਾਜ ਦੇ ਖਾਤਮੇ ਵਾਸਤੇ ਉਹਨਾਂ ਨੇ ਵਹਾਇਆ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਪਾਵਨ ਸਥਾਨ ਜਿਹੜਾ ਗੜੀ ਗੁਰਦਾਸ ਨੰਗਲ ਸੁਭਾਈਮਾਨ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਇੱਥੇ 1715 ਈਸਵੀ ਨੂੰ ਅਪ੍ਰੈਲ ਮਹੀਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਸਥਾਨ 'ਤੇ ਆਏ। ਇਹ ਅਸਥਾਨ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਉਸ ਵੇਲੇ ਲਗਭਗ ਰਾਵੀ ਦਰਿਆ ਦੀ ਮਾਰ ਦੇ ਹੇਠ ਸੀ, ਦਲਦਲੀ ਇਲਾਕਾ ਸੀ, ਔਰ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਆਪਣੀ ਆਖਰੀ ਜਿੱਤ ਜਿਹੜੀ ਬਟਾਲਾ, ਉਸ ਤੋਂ ਬਾਅਦ ਬਹਿਰਾਮਪੁਰ ਇਲਾਕਾ ਜਦੋਂ ਜਿੱਤਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਮੁਗਲ ਸਲਤਨਤ ਦੀ ਰਾਜਧਾਨੀ ਸੀ, ਭਾਵ ਬਹੁਤ ਵੱਡਾ ਉੱਥੇ ਅਸਲਾ ਜਾਂ ਹੋਰ ਫੌਜ ਦਾ ਗੜ੍ਹ ਸੀ ਕਲਾਨੌਰ, ਉਸ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤਿਆ। ਔਰ 3 ਵਾਰ ਲਗਾਤਾਰ ਹੀ ਥੋੜ੍ਹੇ ਸਮੇਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਸਥਾਨ ਨੂੰ ਜਿੱਤਿਆ। ਜਦੋਂ ਬਾਰ-ਬਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਉੱਥੇ ਫਤਿਹ ਹਾਸਲ ਕਰਦੇ ਨੇ, ਕੁਝ ਆਪਣੇ ਸਾਥੀ ਸਿੰਘਾਂ ਨੂੰ ਜ਼ਿੰਮੇਵਾਰੀ ਦੇ ਕੇ ਵਾਪਸ ਪਹਾੜਾਂ ਨੂੰ ਜਾਂਦੇ ਨੇ, ਔਰ ਲਾਹੌਰ ਦਾ ਸੂਬੇਦਾਰ ਜਿਹੜਾ ਫਿਰ ਉਹਨਾਂ ਸਿੰਘਾਂ ਨੂੰ ਸ਼ਹੀਦ ਕਰ ਦਿੰਦਾ। ਫਿਰ ਤੀਸਰੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉੱਥੇ ਆਪ ਰਹਿ ਕੇ ਕੁਝ ਪ੍ਰਬੰਧ ਕਰਨ ਦਾ, ਥੋੜ੍ਹਾ ਸਮਾਂ ਉੱਥੇ ਗੁਜ਼ਾਰਨ ਦਾ ਮਨ ਬਣਾਇਆ, ਔਰ ਫਿਰ ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉੱਥੇ ਰਹਿਣ ਦੀ ਵਿਚਾਰ ਬਣਾਈ, ਸਿੰਘਾਂ ਨੂੰ ਹੁਕਮ ਕੀਤਾ ਕਿ ਹੁਣ ਇੱਥੇ ਕਲਾਨੌਰ ਆਪਾਂ ਪੱਕੇ ਡੇਰੇ ਲਾਵਾਂਗੇ। ਉਹਦਾ ਨਤੀਜਾ ਇਹ ਨਿਕਲਿਆ ਕਿ ਲਾਹੌਰ ਦਾ ਜਿਹੜਾ ਸੂਬੇਦਾਰ ਸੀ ਉਹ ਡਰ ਗਿਆ। ਉਹਨੇ ਸੋਚਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਤੇ ਕੱਲ੍ਹ ਨੂੰ ਲਾਹੌਰ 'ਤੇ ਵੀ ਕਬਜ਼ਾ ਨਾ ਕਰ ਲੈਣ, ਕਿਉਂਕਿ ਲਾਹੌਰ ਸ਼ਹਿਰ ਨੂੰ ਛੱਡ ਕੇ ਜੋ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਕੀ ਆਲੇ ਦੁਆਲੇ ਦੇ ਸਾਰੇ ਪਿੰਡ ਜਿਹੜੇ ਉਹਨਾਂ ਨੂੰ ਫਤਿਹ ਕਰ ਲਿਆ ਸੀ, ਅਤੇ ਸੂਬਾ ਲਾਹੌਰ ਨੂੰ ਇਹ ਡਰ ਸੀ ਕਿ ਕਿਤੇ ਬਾਬਾ ਬੰਦਾ ਬਹਾਦਰ ਮੇਰੇ 'ਤੇ ਵੀ ਚੜ੍ਹਾਈ ਨਾ ਕਰਨ, ਔਰ ਇਕੱਲਿਆਂ ਉਹਨਾਂ ਕੋਲ ਇੰਨੀ ਤਾਕਤ ਨਹੀਂ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰ ਸਕਣ। ਫਿਰ ਉਹਨਾਂ ਨੇ ਦਿੱਲੀ ਦੇ ਬਾਦਸ਼ਾਹ ਫਰਖਸ਼ੀਰ ਨੂੰ ਇੱਕ ਖੱਤ ਲਿਖਿਆ ਕਿ ਜੇ ਤੁਸੀਂ ਇੱਦਾਂ ਹੀ ਗਲਫਤ ਦੀ ਨੀਂਦ ਵਿੱਚ ਸੁੱਤੇ ਰਹੇ, ਇਸ ਪੰਜਾਬ ਵੱਲ, ਖਾਸ ਕਰ ਬੰਦਾ ਸਿੰਘ ਬਹਾਦਰ ਵੱਲ, ਸਿੱਖਾਂ ਵੱਲ ਧਿਆਨ ਨਾ ਦਿੱਤਾ, ਅਤੇ ਇਹਨਾਂ ਦਾ ਅਗਲਾ ਹੱਲਾ ਜਿਹੜਾ ਉਹ ਲਾਹੌਰ ਅਤੇ ਲਾਹੌਰ ਤੋਂ ਬਾਅਦ ਦਿੱਲੀ ਹੋਏਗਾ। ਫਿਰ ਥੋੜ੍ਹੇ ਸਮੇਂ 'ਚ ਇਹ ਸਿੱਖ ਜਿਹੜੇ ਆ ਮੁਲਕ ਦੇ ਬਾਦਸ਼ਾਹ ਹੋਣਗੇ। ਔਰ ਬੜੀ ਸਖਤ ਚਿੱਠੀ ਉਹਨੇ ਲਿਖੀ। ਉਸ ਚਿੱਠੀ ਨੂੰ ਬਾਦਸ਼ਾਹ ਫਰਖਸ਼ੀਰ ਨੇ ਪੜ੍ਹ ਕੇ ਅਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਉਹਨੇ ਆਪਣੇ ਦਿੱਲੀ ਤੋਂ ਸ਼ਾਹੀ ਹੁਕਮ ਜਿਹੜੇ ਭੇਜੇ, ਸ਼ਾਹੀ ਉਹਨੇ ਆਪਣੀਆਂ ਫੌਜਾਂ ਭੇਜੀਆਂ। ਹੋਰ ਜਿਹੜਾ ਉਹਨਾਂ ਦੀਆਂ ਰਿਆਸਤਾਂ ਸੀ, ਇਲਾਹਾਬਾਦ ਤੋਂ, ਗੁਜਰਾਤ ਤੋਂ, ਸੂਰਤ ਤੋਂ, ਰਾਜਸਥਾਨ ਤੋਂ, ਹੋਰ ਇਲਾਕਿਆਂ 'ਤੇ ਜਿੱਥੇ ਉਹਨਾਂ ਦੀ ਫੌਜ ਦਾ ਗੜ੍ਹ ਸੀ, ਇੱਥੋਂ ਉਹਨਾਂ ਨੂੰ ਕਿੰਨੀ ਦੇਰ ਕਬਜ਼ਾ ਲਿਆ ਇੱਥੇ? ਉਹ ਫਿਰ ਫੌਜ ਜਦੋਂ ਉਹ ਗੜੀ ਗੁਰਦਾਸ ਕਲਾਨੌਰ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਵਾਸਤੇ ਫੌਜਾਂ ਆਈਆਂ, ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਾਣਕਾਰੀ ਮਿਲੀ ਕਿ ਫੌਜਾਂ ਦੀ ਗਿਣਤੀ ਕਾਫੀ ਜ਼ਿਆਦਾ, ਲਗਭਗ 2.5-3 ਲੱਖ ਦੇ ਕਰੀਬ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੜਨ ਵਾਸਤੇ ਸ਼ਾਹੀ ਫੌਜਾਂ ਜਿਹੜੀਆਂ ਕਲਾਨੌਰ ਨੂੰ ਚੜ੍ਹਾਈ ਕੀਤੀਆਂ। ਫਿਰ ਬਾਬਾ ਜੀ ਨੇ ਸਿੱਖਾਂ ਨਾਲ, ਆਪਣੇ ਸਾਥੀ ਸਿੰਘਾਂ ਨਾਲ ਸਲਾਹ ਕਰਕੇ ਉਹ ਇਲਾਕਾ ਕਲਾਨੌਰ ਛੱਡਣ ਦਾ ਫੈਸਲਾ ਕੀਤਾ। ਫਿਰ ਉੱਥੋਂ ਜੋ ਇਤਿਹਾਸ ਦੱਸਦਾ, ਬਟਾਲੇ ਦੇ ਰਸਤੇ ਨਗਰੇ ਕੌਂਦਾ ਕੋਟ, ਮਿਰਜ਼ਾ ਜਾਨ, ਜਿਹਨੂੰ ਬੋੜਾਂ ਵਾਲੀ ਵੀ ਕਿਹਾ ਜਾਂਦਾ, ਉੱਥੇ ਵੀ ਥੋੜ੍ਹੇ ਦਿਨ ਬਾਬਾ ਜੀ ਰੁਕੇ।
ਫਿਰ ਉੱਥੋਂ ਗੁਰਦਾਸਪੁਰ ਨੂੰ ਜਾਂਦੇ ਇਸ ਅਸਥਾਨ ਤੇ ਆਏ। ਇਹ ਅਸਥਾਨ ਉਸ ਵੇਲੇ ਇੱਥੇ ਹਵੇਲੀ ਬਣੀ ਹੋਈ ਸੀ ਦੁਨੀ ਚੰਦ ਨਾਮ ਦੇ ਵਿਅਕਤੀ ਦੀ, ਜਿਹੜਾ ਕਿ ਇਸ ਇਲਾਕੇ ਦਾ ਚੌਧਰੀ ਸੀ ਤੇ ਲੋਕਾਂ ਤੇ ਅਤਿਆਚਾਰ ਵੀ ਕਰਦਾ ਸੀ। ਬਾਬਾ ਜੀ ਦਾ ਇੱਥੇ ਆਉਣ ਦੇ ਦੋ ਕਾਰਨ ਸਨ। ਇੱਕ ਤਾਂ ਉਹਨਾਂ ਨੂੰ ਥਾਂ ਮਿਲ ਜਾਏ ਜਿੱਥੇ ਉਹ ਆਪਣਾ ਅਸਲਾ, ਆਪਣੇ ਪਰਿਵਾਰ, ਸਾਜੋ ਸਮਾਨ ਰੱਖ ਕੇ ਮਗਰ ਆ ਰਹੀ ਫੌਜ ਦਾ ਮੁਕਾਬਲਾ ਕਰ ਸਕਣ, ਤੇ ਦੂਸਰਾ ਜਿਹੜਾ ਦੁਨੀ ਚੰਦ ਹੈ, ਜਿਹੜਾ ਇਲਾਕੇ ਦੇ ਲੋਕਾਂ ਨੂੰ ਸਤਾਉਂਦਾ ਸੀ, ਉਹਨੂੰ ਸੋਧਾ ਲਾਇਆ ਜਾਏ। ਜਦੋਂ ਬਾਬਾ ਜੀ ਇੱਥੇ ਆਏ, ਇਹ ਗੜੀ ਜਿੰਨਾ ਆਕਾਰ ਲਗਭਗ ਤੁਸੀਂ ਅੱਜ ਦੇਖ ਰਹੇ ਜੇ, ਇਹਦੇ ਨਾਲੋਂ 4 ਗੁਣਾ ਵੱਡਾ ਜਿਹੜੀ ਹਵੇਲੀ ਸੀ ਦੁਨੀ ਚੰਦ ਦੀ। ਫਿਰ ਬਾਬਾ ਜੀ ਨੇ ਇੱਥੇ ਆ ਕੇ ਦੁਨੀ ਚੰਦ ਨੂੰ ਸੋਧਾ ਲਾਇਆ। ਉਹਦੇ ਆਪਣੇ ਸਿਪਾਹੀ ਸਨ 200-250, ਉਹਨਾਂ ਨਾਲ ਵੀ ਮੁਕਾਬਲਾ ਹੋਇਆ, ਉਹ ਸਾਰੇ ਮਾਰੇ ਗਏ। ਦੁਨੀ ਚੰਦ ਨੂੰ ਵੀ ਸੋਧਾ ਲਾਇਆ। ਫਿਰ ਬਾਬਾ ਜੀ ਨੇ ਇੱਥੇ ਸੁਰੱਖਿਅਤ ਥਾਂ ਜਾਣ ਕੇ ਇੱਥੇ ਆਪਣਾ ਟਿਕਾਣਾ ਬਣਾਉਣ ਦਾ ਜਿਹੜਾ ਮਨ ਬਣਾਇਆ, ਕਿਉਂਕਿ ਇੱਕ ਤਾਂ ਇਹ ਰਾਵੀ ਦਰਿਆ ਦੇ ਨੇੜੇ ਹੋਣ ਕਰਕੇ ਦਲਦਲੀ ਇਲਾਕਾ ਸੀ, ਤੇ ਬਾਬਾ ਜੀ ਹੁਣਾਂ ਦੀ ਇਹ ਸੋਚ ਸੀ ਕਿ ਜਿਹੜੇ ਮੁਗਲ ਸਿਪਾਹੀ ਆ ਉਹ ਜ਼ਿਆਦਾ ਦੇਰ ਇਸ ਇਲਾਕੇ ਵਿੱਚ ਠਹਿਰਨਗੇ ਨਹੀਂ। ਪਰ ਉਹਨਾਂ ਨੂੰ ਬੜੇ ਸਖਤ ਹੁਕਮ ਸੀ, ਤਹਈਆ ਕਰਕੇ ਆਏ ਸਨ ਕਿ ਕਿਸੇ ਵੀ ਹਾਲਤ 'ਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ। ਫਿਰ ਇੱਥੇ 8 ਮਹੀਨੇ ਲਗਾਤਾਰ ਮੋਰਚਾ ਚੱਲਦਾ ਰਿਹਾ, ਧਰਮ ਯੁੱਧ ਚੱਲਦਾ ਰਿਹਾ, ਰੋਜ਼ ਜੰਗ ਹੁੰਦੇ ਰਹੇ, ਸੈਂਕੜੇ ਸਿੱਖ ਰੋਜ਼ ਸ਼ਹੀਦ ਹੁੰਦੇ ਰਹੇ। ਫਿਰ ਆਖਰ ਵਿੱਚ 2-2, 4-4 ਸਿੰਘਾਂ ਦਾ ਜੱਥਾ ਵੀ ਬਾਬਾ ਜੀ ਨੇ ਬਾਹਰ ਭੇਜਿਆ ਗੜੀ ਤੋਂ। ਫਿਰ ਵੀ ਉਹਨਾਂ ਮਤਲਬ 2.5-3 ਲੱਖ ਫੌਜ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਮਜ਼ਬੂਤੀ ਨਾਲ ਖੜੇ ਰਹੇ, ਔਰ ਉਹਨਾਂ ਨੂੰ ਲੱਗਿਆ ਕਿ ਜੰਗ ਸਾਡੇ ਕੋਲੋਂ ਜਿੱਤੀ ਨਹੀਂ ਜਾਣੀ, ਇੱਥੋਂ ਖਾਲੀ ਹੱਥ ਜਾਣਾ ਪਏਗਾ। ਫਿਰ ਆਖਰੀ ਵਾਰ ਕਰਦਿਆਂ, ਬਦਨੀਤੀ ਵਰਤਦਿਆਂ, ਝੂਠ ਦਾ ਸਹਾਰਾ ਲਿਆ, ਧਰਮ ਦਾ ਸਹਾਰਾ ਲਿਆ। ਹਿੰਦੂ ਜਿਹੜੇ ਰਾਜੇ ਸਨ ਪਹਾੜੀ, ਉਹਨਾਂ ਨੇ ਗਾਂ ਦੀਆਂ ਕਸਮਾਂ ਖਾਧੀਆਂ। ਜਿਹੜੇ ਮੁਗਲ ਸਿਪਾਹੀ ਸਨ ਉਹਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ। ਬਾਦਸ਼ਾਹ ਫਰਖਸ਼ੀਅਰ ਦੀ ਚਿੱਠੀ ਲਿਆ ਕੇ ਦਿੱਤੀ ਕਿ ਤੁਹਾਡੇ ਨਾਲ ਅਸੀਂ ਸਿੱਖਾਂ ਨਾਲ ਸੁਲ੍ਹਾ ਕਰਨ ਲਈ ਤਿਆਰ ਹਾਂ, ਤੁਹਾਨੂੰ ਪਹਾੜਾਂ 'ਚ ਵੱਖਰਾ ਰਾਜ ਦੇ ਦਿੰਦੇ ਹਾਂ, ਸਾਡੇ ਨਾਲ ਬਹਿ ਕੇ ਗੱਲ ਕਰੋ। ਇਸ ਤਰ੍ਹਾਂ ਧੋਖੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਨਾਲ ਲਗਭਗ 270 ਜਿਹੜੇ ਆ ਉਹ ਜਿਉਂਦੇ ਸਿੱਖ ਇਸ ਅਸਥਾਨ ਤੋਂ ਗ੍ਰਿਫਤਾਰ ਕੀਤੇ। ਇਹ ਦਸੰਬਰ ਮਹੀਨਾ 1715 ਈਸਵੀ ਨੂੰ ਇਹ ਇਸ ਅਸਥਾਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਹੋਈ। ਜੂਨ ਦੇ ਮਹੀਨੇ ਦੇ ਵਿੱਚ ਜਾ ਕੇ ਉਹਨਾਂ ਦੀ ਲਾਹੌਰ, ਪਹਿਲੇ ਇੱਥੋਂ ਲਾਹੌਰ ਲੈ ਕੇ ਜਾਂਦਾ ਉਹਨਾਂ ਨੂੰ, ਹਾਂਜੀ, ਫਿਰ ਉਹਦੇ ਬਾਰੇ ਵੀ ਥੋੜ੍ਹਾ ਦੱਸ। ਇਸ ਅਸਥਾਨ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਕਿਉਂਕਿ ਜਿਹੜਾ ਜਰਨੈਲ ਫਰਖਸ਼ੀਅਰ ਦੇ ਹੁਕਮ ਨਾਲ ਬਾਬਾ ਜੀ ਨੂੰ ਗ੍ਰਿਫਤਾਰ ਕਰਨ ਆਇਆ ਸੀ, 8-9 ਮਹੀਨੇ ਉਹਨੂੰ ਵੀ ਨਮੋਸ਼ੀ ਝੱਲਣੀ ਪਈ। ਪੂਰੇ ਮੁਲਕ ਵਿੱਚ ਉਹਨਾਂ ਦੀ ਇਹ ਗੱਲ ਜਾ ਰਹੀ ਸੀ ਕਿ ਸਿੱਖ ਜਿਹੜੇ ਆ ਇੰਨੀ ਵੱਡੀ ਫੌਜ ਕੋਲੋਂ ਵੀ ਕਾਬੂ ਨਹੀਂ ਆ ਰਹੇ। ਫਿਰ ਉਹਨਾਂ ਨੇ ਮਨ ਬਣਾਇਆ ਕਿ ਜਿੱਥੇ ਜਿੱਥੇ ਸਿੱਖਾਂ ਦੀ ਜ਼ਿਆਦਾ ਆਬਾਦੀ ਆ, ਜਿੱਥੇ ਜਿੱਥੇ ਸਿੱਖਾਂ ਦਾ ਗੜ੍ਹ ਹੈ, ਉਹਨਾਂ ਇਲਾਕਿਆਂ 'ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਜਥਾ ਹੈ ਜਲੂਸ ਦੇ ਰੂਪ ਵਿੱਚ ਲਿਜਾਇਆ ਜਾਏ, ਤਾਂ ਕਿ ਲੋਕਾਂ ਦੇ ਮਨਾਂ 'ਚੋਂ ਬੰਦਾ ਸਿੰਘ ਬਹਾਦਰ ਦਾ ਡਰ ਨਿਕਲੇ ਤੇ ਸਾਡੀ ਬਹਾਦਰੀ ਦਾ ਜਿਹੜਾ ਇੱਕ ਸੁਨੇਹਾ ਹੈ ਲੋਕਾਂ ਤੱਕ ਜਾਏ। ਝੂਠੀ ਤਰ੍ਹਾਂ ਦੀ ਬਹਾਦਰੀ, ਝੂਠੀ ਬਹਾਦਰੀ ਆਪਣੀ ਦਿਖਾਉਣ ਵਾਸਤੇ ਫਿਰ ਇੱਥੋਂ ਪਕੜ ਕੇ ਪਹਿਲਾਂ ਲਾਹੌਰ ਲਿਜਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ। ਫਿਰ ਉੱਥੇ ਕੁਝ ਦਿਨ ਰੱਖਣ ਤੋਂ ਬਾਅਦ ਜੋ ਦਿੱਲੀ ਦੇ ਬਾਦਸ਼ਾਹ ਦੇ ਹੁਕਮ ਦੇ ਨਾਲ ਜੋ ਸਮੁੰਦ ਖਾਨ ਹੈ ਆਪ ਲਾਹੌਰ ਰਿਹਾ, ਉਹਨੇ ਆਪਣੇ ਲੜਕੇ ਜ਼ਕਰੀਆ ਖਾਨ ਨੂੰ ਭੇਜਿਆ ਕਿ ਤੁਸੀਂ ਇਹ ਜਥਾ ਲੈ ਕੇ ਦਿੱਲੀ ਜਾਓ। ਕੁਝ ਹੋਰ ਉਹਨੇ ਆਪਣੇ ਨਾਲ ਦੇ ਜਿਹੜੇ ਸੀ ਸਿਪਾਹੀ ਉਹਨਾਂ ਨੂੰ ਨਾਲ ਜ਼ਿੰਮੇਵਾਰੀ ਲਾਈ ਤੇ ਲਗਭਗ ਇੱਥੋਂ ਦਸੰਬਰ ਮਹੀਨੇ ਗ੍ਰਿਫਤਾਰ ਕੀਤਾ ਤੇ 27 ਫਰਵਰੀ ਨੂੰ ਇਹ ਜਥਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹ ਦਿੱਲੀ ਦੀ ਜਿਹੜੀ ਸਰਹੱਦ ਦੇ ਵਿੱਚ ਦਾਖਲ ਹੋਇਆ। ਲਗਭਗ 2-2.5 ਮਹੀਨੇ ਦਾ ਸਮਾਂ ਇਹ ਵਿੱਚ ਬਣਦਾ। ਫਿਰ ਉਹਦੇ ਬਾਅਦ ਵੀ 1 ਮਾਰਚ ਨੂੰ ਉੱਥੇ ਜਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਜਿਹੜਾ ਜ਼ਾਲਮਾਨਾ ਕਾਰਨਾਮਾ ਉਹ ਸ਼ੁਰੂ ਕੀਤਾ ਗਿਆ। 700 ਸਿੰਘ ਜਿਹੜੇ ਪਹਿਲੇ ਹਫ਼ਤੇ ਸ਼ਹੀਦ ਕੀਤੇ ਗਏ। ਫਿਰ ਲਗਭਗ 3 ਮਹੀਨੇ ਜਿਹੜਾ ਬਿਲਕੁਲ ਸ਼ਾਂਤ ਵਰਤੀ ਰਹੀ। ਬਾਬਾ ਬੰਦਾ ਸਿੰਘ ਬਹਾਦਰ ਨੂੰ, ਕੁਝ ਜਰਨੈਲਾਂ ਨੂੰ, ਬਾਬਾ ਜੀ ਦੇ ਪਰਿਵਾਰ ਨੂੰ ਕੈਦ ਰੱਖਿਆ ਗਿਆ ਤਾਂ ਕਿ ਸ਼ਾਇਦ ਭੁੱਖੇ ਰੱਖ ਕੇ, ਪਿਆਸੇ ਰੱਖ ਕੇ, ਡਰਾ ਕੇ ਇਹਨਾਂ ਨੂੰ ਆਪਣੀ ਗੱਲ ਮਨਾ ਲਈਏ ਤੇ ਪੂਰੇ ਹਿੰਦੁਸਤਾਨ 'ਚ ਸੁਣਿਆ ਜਾਏ ਕਿ ਬਾਬਾ ਬੰਦਾ ਸਿੰਘ ਬਹਾਦਰ ਵੀ ਝੁਕ ਗਿਆ ਇਹਨਾਂ ਦੇ ਮੁਗਲਾਂ ਦੇ ਅੱਗੇ, ਤਾਂ ਕਿ ਸਾਡਾ ਰਾਜ ਭਾਗ ਜਿਹੜਾ ਉਹ ਇੱਦਾਂ ਹੀ ਚੜ੍ਹਦੀ ਕਲਾ ਨਾਲ ਵਧੀਆ ਰਹੇ। ਪਰ ਉਹ 3 ਮਹੀਨੇ ਇਕੱਲਿਆਂ ਭੁੱਖੇ ਪਿਆਸੇ ਰਹਿ ਕੇ ਵੀ ਬਾਬਾ ਜੀ ਨੇ ਉਹਨਾਂ ਦੀ ਈਨ ਨਹੀਂ ਮੰਨੀ। ਆਖਰ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ 1716 ਈਸਵੀ ਨੂੰ ਦਿੱਲੀ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਜਿੱਥੇ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦਾ ਮਕਬਰਾ, ਉਹਦੇ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ, ਬਹੁਤ ਕਸ਼ਟ ਦੇ ਕੇ, ਉਹਨਾਂ 'ਤੇ ਜ਼ੁਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸ ਮਹਾਨ ਸੂਰਬੀਰ ਯੋਧੇ ਦੀ ਇਸ ਪਾਵਨ ਧਰਤੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹੋ। ਆਪ ਜੀ ਦਾ ਵੀ ਧੰਨਵਾਦ, ਔਰ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਇਸ ਸਥਾਨ 'ਤੇ ਜ਼ਰੂਰ ਆਓ। ਕੱਲ੍ਹ ਨੂੰ ਵੀ ਇਸ ਸਥਾਨ 'ਤੇ ਜੋ ਨੇੜੇ ਦੇ ਨਗਰ ਨੇ, ਇਸ ਸਥਾਨ ਦੇ ਪ੍ਰਬੰਧਕਾਂ ਵੱਲੋਂ, ਨੌਜਵਾਨ ਵੀਰਾਂ ਵੱਲੋਂ ਬਾਬਾ ਜੀ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾਉਂਦਿਆਂ ਗੁਰਮਤਿ ਸਮਾਗਮ,
ਔਰ ਲੰਗਰ ਔਰ ਛਬੀਲ ਜਿਹੜੀ ਹੈ ਉਹ ਲਾਈ ਜਾ ਰਹੀ ਹੈ। ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।